ਫਾਜ਼ਿਲਕਾ ਦੇ ਵਿੱਚ ਨਕਾਬਪੋਸ਼ਾਂ ਨੇ ਬਰਾਤੀਆਂ ਤੇ ਕੀਤਾ ਹਮਲਾ, ਗੱਡੀ ਨੂੰ ਘੇਰ ਕੇ ਕੀਤੀ ਭੰਨਤੋੜ ਤੇ ਕੁੱਟਮਾਰ। ਇੱਕ ਦਿਨ ਪਹਿਲਾਂ ਡੀਜੇ ਨੂੰ ਲੈ ਕੇ ਹੋਇਆ ਸੀ ਵਿਵਾਦ। ਦੀਪਕ ਟੀਨੂ ਦੇ ਫਰਾਰ ਹੋਣ ਦੇ ਮਾਮਲੇ ਦੇ ਵਿੱਚ ਇੱਕ ਹੋਰ ਵੱਡਾ ਖੁਲਾਸਾ। ਦੀਪਕ ਨੂੰ ਭਜਾਉਣ ਦੇ ਲਈ 2 ਗੱਡੀਆਂ ਦੇ ਵਿੱਚ ਆਏ ਸਨ 5 ਹਥਿਆਰਬੰਦ ਬਦਮਾਸ਼। ਸੂਤਰਾਂ ਦੇ ਮੁਤਾਬਿਕ ਭੱਜਣ ਵੇਲੇ ਟੀਨੂ ਦੇ ਕੋਲ ਸੀ ਪਿਸਤੌਲ। ਬਰਖਾਸਤ ਸੀਆਈਏ ਇੰਚਾਰਜ ਨੂੰ ਲੁਕੋ ਰੱਖੀ ਸੀ ਟੀਨੂ ਦੇ ਫਰਾਰ ਹੋਣ ਦੀ ਖਬਰ। 2 ਘੰਟੇ ਬਾਅਦ ਅਫਸਰਾਂ ਨੂੰ ਕੀਤਾ ਇਤਲਾਹ। ਉਦੋਂ ਤੱਕ ਬਹੁਤ ਦੂਰ ਨਿਕਲ ਚੁੱਕਿਆ ਸੀ ਟੀਨੂ। ਅੱਜ ਪ੍ਰਿਤਪਾਲ ਨੂੰ ਕੋਰਟ ਦੇ ਵਿੱਚ ਕੀਤਾ ਜਾਵੇਗਾ ਪੇਸ਼। AIG ਆਸ਼ੀਸ਼ ਕਪੂਰ ਨੂੰ ਅੱਜ ਮੋਹਾਲੀ ਕੋਰਟ ਦੇ ਵਿੱਚ ਕੀਤਾ ਜਾਵੇਗਾ ਪੇਸ਼। 1 ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਕੀਤਾ ਹੈ ਗ੍ਰਿਫਤਾਰ। ਪਟਿਆਲਾ ਦੇ ਹਸਪਤਾਲ ਦੇ ਵਿੱਚੋਂ ਕੈਦੀ ਦੇ ਫਰਾਰ ਹੋਣ ਦੇ ਮਾਮਲੇ 'ਚ ਅਫਸਰਾਂ ਤੇ ਡਿੱਗੀ ਗਾਜ। DSP ਸਿਕਿਉਰਿਟੀ ਅਤੇ ਵਾਰਡਨ ਦੇ ਸਮੇਤ 4 ਅਧਿਕਾਰੀ ਸਸਪੈਂਡ। 2 ਨੂੰ ਭੇਜਿਆ ਗਿਆ ਕਾਰਨ ਦੱਸੋ ਨੋਟਿਸ। ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਮਾਮਲੇ ਦੇ ਵਿੱਚ ਮੁਲਜ਼ਮ ਰੰਕਜ ਵਰਮਾ ਨੂੰ ਮਿਲੀ ਜ਼ਮਾਨਤ। ਖਰੜ ਕੋਰਟ ਦੀ ਟਿੱਪਣੀ, ਰੰਕਜ ਤੋਂ ਅਜਿਹੀ ਕੋਈ ਬਰਾਮਦਗੀ ਨਹੀਂ ਜਿਸ ਦੇ ਨਾਲ ਇਲਜ਼ਾਮ ਹੋਣ ਸਾਬਤ। ਅੰਮ੍ਰਿਤਸਰ ਦੇ ਵਿੱਚ ਹਾਈਵੇ ਤੇ ਰੋਂਗ ਸਾਈਡ ਤੇ ਆ ਰਹੀ ਮਰਸੀਡੀਜ਼ ਦੇ ਨਾਲ ਬਾਈਕ ਦੀ ਹੋਈ ਜ਼ਬਰਦਸਤ ਟੱਕਰ। ਬਾਈਕ ਸਵਾਰ ਗੰਭੀਰ ਜ਼ਖਮੀ, ਮਰਸੀਡੀਜ਼ ਵਾਲਾ ਹੋਇਆ ਫਰਾਰ। ਹਰਿਆਣਾ ਦੀ ਤਰਜ਼ ਤੇ ਪੰਜਾਬ ਦੇ ਵਿੱਚ ਵੀ ਨਿੱਜੀ ਨੌਕਰੀਆਂ ਦੇ ਵਿੱਚ ਰਾਖਵੇਂ ਕਰਨ ਦੀ ਤਿਆਰੀ। CM ਮਾਨ ਬੋਲੇ 80% ਅਸਾਮੀਆਂ ਪੰਜਾਬੀਆਂ ਦੇ ਲਈ ਰਿਜ਼ਰਵ ਕਰਾਉਣ ਤੇ ਗੱਲਬਾਤ ਜਾਰੀ। ਨੌਕਰੀ ਵੇਲੇ ਲਿਆ ਜਾਵੇਗਾ ਪੰਜਾਬੀ ਦਾ ਟੈਸਟ। CM ਮਾਨ ਦੀ ਅੱਜ ਦੂਜੇ ਦਿਨ ਵੀ ਕਿਸਾਨਾਂ ਦੇ ਨਾਲ ਮੀਟਿੰਗ। ਅੱਜ BKU ਗ੍ਰਾਹਾਂ ਦੇ ਆਗੂਆਂ ਦੇ ਨਾਲ ਕਰਨਗੇ ਮੰਥਨ। ਕੱਲ ਪਰਾਲੀ ਤੇ ਨਹੀਂ ਬਣੀ ਸੀ ਸਹਿਮਤੀ। ਅਫਸਰਾਂ ਦੇ ਨਾਲ ਵੀ ਮੀਟਿੰਗ ਕਰਨਗੇ ਮੁੱਖ ਮੰਤਰੀ। ਹਰਿਆਣਾ ਕਮੇਟੀ ਦੇ ਵਿਰੋਧ ਦੇ ਵਿੱਚ SGPC ਅਤੇ ਅਕਾਲੀ ਦਲ ਦਾ ਸਾਂਝਾ ਪੰਥਕ ਰੋਸ ਮਾਰਚ। ਅਨੰਦਪੁਰ, ਤਲਵੰਡੀ ਸਾਬੋ ਤੇ ਅੰਬਾਲਾ ਤੋਂ ਚੱਲਣਗੇ ਜੱਥੇ। ਅਕਾਲ ਤਖਤ ਤੇ ਪਹੁੰਚ ਕੇ ਕਰਨਗੇ ਅਰਦਾਸ। HSGPC ਦੇ ਵੱਲੋਂ ਅੱਜ ਨਾਡਾ ਸਾਹਿਬ ਦੇ ਵਿੱਚ ਆਰੰਭ ਕਰਾਏ ਜਾਣਗੇ ਅਖੰਡ ਪਾਠ। ਵੱਖਰੀ ਕਮੇਟੀ ਤੇ ਕਰ ਰਹੇ ਗੁਰੂ ਦਾ ਸ਼ੁਕਰਾਨਾ। ਪਰਸੋਂ ਸਮਾਗਮ 'ਚ ਸ਼ਾਮਲ ਹੋਣਗੇ ਹਰਿਆਣਾ ਦੇ CM ਮਨੋਹਰ ਲਾਲ। ਅੱਜ ਵਿਆਹ ਦੇ ਬੰਧਨ 'ਚ ਬੱਝਣਗੇ ਆਪ ਵਿਧਾਇਕਾ ਨਰਿੰਦਰ ਕੌਰ ਪਰਾਜ। ਮਨਦੀਪ ਸਿੰਘ ਲੱਖੇਵਾਲ ਦੇ ਨਾਲ ਲੈਣਗੇ ਨਾਵਾਂ। ਪਟਿਆਲਾ ਦੇ ਵਿੱਚ ਹੋਵੇਗਾ ਸਾਦਾ ਸਮਾਗਮ। ਸਤਿ ਸ਼੍ਰੀ ਅਕਾਲ। ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਬੁਲੇਟਿਨ ਦੇ ਵਿੱਚ ਹਰ ਵੱਡੀ ਤੇ ਛੋਟੀ ਖਬਰ ਤੇ ਨਜ਼ਰ ਪਾਵਾਂਗੇ। ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਫਾਜ਼ਿਲਕਾ ਤੋਂ। ਫਾਜ਼ਿਲਕਾ ਦੇ ਵਿੱਚ ਬਰਾਤੀਆਂ ਦੀ ਕਾਰ ਤੇ ਹਮਲਾ ਹੋਇਆ ਹੈ। ਕਈ ਬਦਮਾਸ਼ਾਂ ਦੇ ਵੱਲੋਂ ਮਿਲ ਕੇ ਹਮਲਾ ਕੀਤਾ ਗਿਆ। ਲਾੜੇ ਦੇ ਭਰਾ ਦੇ ਸਣੇ 3 ਬਰਾਤੀਆਂ ਨੂੰ ਜ਼ਖਮੀ ਕਰ ਦਿੱਤਾ ਗਿਆ। ਤਾਂ ਫਾਜ਼ਿਲਕਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਬਦਮਾਸ਼ਾਂ ਦੇ ਵੱਲੋਂ ਹਮਲਾ ਕੀਤਾ ਗਿਆ, ਬਰਾਤ ਤੇ ਹਮਲਾ ਕੀਤਾ ਗਿਆ। ਬਰਾਤ ਦੇ ਨਾਲ ਭਰੀ ਹੋਈ ਬੱਸ ਸੀ। ਲਾੜੇ ਦੇ ਭਰਾ ਦੇ ਸਣੇ ਦੱਸਦੀ ਕਿ 3 ਜਣਿਆਂ ਨੂੰ ਜ਼ਖਮੀ ਕਰ ਦਿੱਤਾ ਗਿਆ। ਲਾਠੀਆਂ ਡੰਡਿਆਂ ਦੇ ਨਾਲ ਪਹੁੰਚੇ ਹੋਏ ਸਨ ਹਮਲਾਵਰ। ਇਹ ਤਸਵੀਰਾਂ ਦੇ ਵਿੱਚ ਸਾਫ਼ ਸਾਹਮਣੇ ਆਇਆ ਕਿਉਂਕਿ ਹਮਲੇ ਦੀ ਸਾਰੀ ਵੀਡੀਓ ਜਿਹੜੀ ਹੈ ਉਹ ਵੀ ਸਾਹਮਣੇ ਆ ਗਈ ਹੈ। ਡੀਜੇ ਤੇ ਗਾਣਾ ਵਜਾਉਣ ਨੂੰ ਲੈ ਕੇ ਇਹ ਸਾਰਾ ਵਿਵਾਦ ਹੋਇਆ ਸੀ। ਡੀਜੇ ਤੇ ਗਾਣਾ ਚਲਾਉਣ ਨੂੰ ਲੈ ਕੇ ਮਸਲਾ ਸ਼ੁਰੂ ਹੋਇਆ ਔਰ ਹਮਲੇ ਦੇ ਵਿੱਚ ਬਦਲਦਾ ਨਜ਼ਰ ਆਇਆ। 2 ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਵੇਂ ਨਕਾਬਪੋਸ਼ ਜਿਹੜੇ ਆਏ ਨੇ ਔਰ ਕਈਆਂ ਦੇ ਵੱਲੋਂ ਮੂੰਹ ਬੰਨੇ ਗਏ ਨੇ ਔਰ ਲਾਠੀਆਂ ਡੰਡੇ ਉਹਨਾਂ ਦੇ ਹੱਥਾਂ ਦੇ ਵਿੱਚ ਨੇ। ਹਾਲਾਂਕਿ ਕਿਸੇ ਦੇ ਵੱਲੋਂ ਇਹ ਮੌਕੇ ਤੇ ਵੀਡੀਓ ਬਣਾਈ ਨਜ਼ਰ ਆ ਰਹੀ ਹੈ ਔਰ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਕਿ ਵੱਡੀ ਤਾਦਾਦ ਹੈ ਇਹਨਾਂ ਬਦਮਾਸ਼ਾਂ ਦੀ। ਦਰਜਨ ਭਾਰੇ ਲੋਕ ਅਸੀਂ ਕਹਿ ਸਕਦੇ ਹਾਂ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਡੰਡੇ ਨਜ਼ਰ ਆ ਰਹੇ ਨੇ ਔਰ ਕਿਵੇਂ ਇਹਨਾਂ ਦੇ ਵੱਲੋਂ ਬੱਸ ਤੇ ਹਮਲਾ ਕਰ ਦਿੱਤਾ ਗਿਆ। ਦੂਜੀ ਤਸਵੀਰ ਹੈ ਕਿ ਕਿਸ ਤਰ੍ਹਾਂ ਦੇ ਨਾਲ ਹਮਲਾ ਕੀਤਾ ਗਿਆ ਕਿਉਂਕਿ ਬੱਸ ਜਿਹੜੀ ਹੈ ਪੂਰੀ ਤਰ੍ਹਾਂ ਦੇ ਨਾਲ ਭੰਨ ਤੋੜ ਦਿੱਤੀ ਗਈ ਹੈ। ਸ਼ੀਸ਼ੇ ਤੋੜ ਦਿੱਤੇ ਗਏ ਨੇ। ਵੱਡਾ ਨੁਕਸਾਨ ਬੱਸ ਦਾ ਹੋਇਆ ਹੀ ਹੈ ਪਰ ਦੂਜੇ ਪਾਸੇ ਜ਼ਖਮੀ ਵੀ ਕਰ ਦਿੱਤਾ ਗਿਆ ਨੇ ਕਿ ਅਜਿਹਾ ਹਮਲਾ ਕੀਤਾ ਗਿਆ। ਸਿਵਾਣਾ ਇਹ ਫਾਜ਼ਿਲਕਾ ਦਾ ਪਿੰਡ ਹੈ ਜਿੱਥੇ ਕਿ ਰੋਕ ਕੇ ਬਰਾਤ ਨੂੰ ਜਿਹੜਾ ਇਸ ਤਰ੍ਹਾਂ ਦੇ ਨਾਲ ਹਮਲਾ ਕੀਤਾ ਗਿਆ। ਫਾਜ਼ਿਲਕਾ ਦੇ ਪਿੰਡ ਚੂੜੀਵਾਲਾ ਤੋਂ ਦੱਸਦੀ ਕਿ ਸਿਵਾਣਾ ਇਹ ਬਰਾਤ ਜਾ ਰਹੀ ਸੀ ਔਰ ਹਮਲਾਵਰਾਂ ਨੇ ਪਿੰਡ ਸਿਵਾਣਾ ਦੇ ਕੋਲ ਇਹ ਬਰਾਤ ਰੋਕ ਲਈ। ਬਰਾਤ ਰੋਕ ਕੇ ਹਮਲਾ ਕੀਤਾ ਗਿਆ। ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 3 ਤਸਵੀਰਾਂ ਦਿਖਾ ਰਹੇ ਤੁਹਾਨੂੰ। ਪਹਿਲੀ ਤਸਵੀਰ ਦੇ ਵਿੱਚ ਬਰਾਤੀਆਂ ਤੇ ਜੋ ਹਮਲਾ ਕੀਤਾ ਗਿਆ, ਦੂਜੀ ਦੇ ਵਿੱਚ ਗੱਡੀ ਦੀ ਭੰਨਤੋੜ ਕੀਤੀ ਗਈ ਹੈ। ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਕਿਵੇਂ ਇਹ ਸ਼ੀਸ਼ੇ ਤੋੜ ਦਿੱਤੇ ਗਏ ਨੇ। ਇਸ ਨੂੰ ਮਿੰਨੀ ਬੱਸ ਅਸੀਂ ਕਹਿ ਸਕਦੇ ਹਾਂ। ਔਰ ਤੀਜੀ ਤਸਵੀਰ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਕਿ ਬਰਾਤੀ ਜਿਹੜੇ ਜ਼ਖਮੀ ਹੋਏ ਨੇ। ਪ੍ਰਦੀਪ ਨੇ ਫੋਨ ਲਾਈਨ ਤੇ ਜ਼ਿਆਦਾ ਜਾਣਕਾਰੀ ਲਈ। ਪ੍ਰਦੀਪ, ਹੋਰ ਕੀ ਕੁਝ ਜਾਣਕਾਰੀ ਇਸ ਸਾਰੇ ਮਾਮਲੇ ਦੇ ਵਿੱਚ?
बिल्कुल गुरजोत जिहड़ा पिंड चूड़ी वाला दे अंदर एक नौजवान का जिहड़ा विआह रखा गया सीगा जिस नूं लैके समागम करवाए जा रहे सन। इस दौरान एक दिन पहला जिहड़ा डीजे वज रहा सीगा, डीजे के दौरान जिहड़ा नौजवानों के अंदर गाना वजाण नूं लैके जिहड़ा दस्सिया जा रहा है, मुढ़ली जानकारी जिहड़ी आ रही है वो दस्सिया जा रहा है कि जिहड़ा डीजे के अंदर गाना चलाउण नूं लैके जिहड़ा विवाद पैदा होया सीगा। जिस तो बाद अगले दिन जदों बरात जा रही सी तो रास्ते च कुछ नौजवानों ने जिहड़ी है बरात की गड्डी नूं रोकिया गया, जिस उत्ते ये अटैक किया गया। पहला गड्डी नूं रोकिया जाता है, फिर उस पर हमला किया जाता है, फिर उस विच बैठे सवारियां दे उपर जिहड़े बरातियां दे उपर हमला कर दिता जाता है। इस दौरान जिहड़ा लाड़े दा जिहड़ा भरा सीगा वो भी फट्टड़ होया है, उसके दो दोस्त जिहड़ा ने हस्पताल के अंदर जेरे इलाज ने, जिन्हां वालों दस्सिया जा रहा है कि जिहड़ा वो जा रहे सन ते पिंड सिवाणा दे कोल जदों उन्हां दी गड्डी पहुंची तां कुछ नौजवानों ने जिहड़ा हथियारां दे नाल लैस सीगे, उन्होंने उन्होंने रोकिया ते जिस तो बाद उन्हां ते हमला किया गया। हमले तो बाद जदों जख्मी हो गए तो वो उत्थों भज गए। इस दौरान उत्थे एक जिहड़ा नौजवान सीगा वो वीडियो भी बना रहा सीगा। जदों नौजवानों ने हमला करने वाले ने वो नौजवान नूं वेख्या तो उस दे मगर भी भजे, जिस तो बाद जो क्लिप है वो उन्हां वालों ही जिहड़ी तैयार की गई है ते जो हुण वायरल हो रही है। जी जी ठीक है प्रदीप, धन्यवाद है तमाम जानकारी के लिए। तो ये 3 तस्वीरें दिखा रहे हैं, बरातियां ते हमला किया गया, वीडियो जी मौके पर बनाई गई और जिस नौजवान वालों बनाई गई उस पर भी हमला करने की कोशिश की गई। और दूजी तस्वीर है गड्डी की भंनतोड़ की गई, जिस गड्डी के विच ये बराती मौजूद सन या जिन्हां दे नाल इन्हां हमलावरां दा विवाद होया होएगा उन्हां ते हमला किया गया और गड्डी की भंनतोड़ भी कर दी गई है। तो ये तस्वीरें साफ तौर पर नजर आ रही ने किस तरह के लाठियां डंडे इन्हां नौजवानों के हमलावरां के हत्थां दे विच ने। एक दिन पहला ये सारा विवाद होया और इस विवाद के विचाले ये हमले की खबर, क्योंकि हमला किया गया, बरात जा रही सी, विआह दा दिन सी, पर उत्थे रोक के बरात ते ये लाठियां डंडियां नाल हमला। असी रास्ते तो आ रहे सी जी, रास्ते से गड्डी रोकी, ठीक है, मुंडे बहुत सीगे जी, 20-25 मुंडे सीगे, ठीक है, सारिਆਂ ਕੋਲ ਕਾਪੇ ਗੰਡਾਸੇ ਤੇ ਇੱਕ ਬੰਦੇ ਕੋਲ ਰਿਵੋਲਵਰ ਸੀਗਾ, ठीक है। उन्होंने सानू रोकिया, ठीक है, गड्डी भन्नी, शीशे तोड़े ते उत्तों इस मुंडे नूं बाहर कढ़िया, राजेश नूं बाहर कढ़िया उन्होंने, ठीक है। असी अंदर बैठे सी, साडे सट्टां मारियां, ठीक है, आ पैर ते वज्जी हैगी है ते आ गोडा हैगा, आ क्रैक हैगा। शिवाने जा रहे सी बरात च। अच्छा, आए कित्थों सी? आए चूड़ी वाले तो जी। उन्होंने सानू तो पता ही नहीं जी, असी राती टाइम नाल घरे सो गए सी जी, ठीक है। सवेरे उन्होंने आख्या कहना बरात से जाना है, मैं कहा असी चलांगे, ठीक है। सानू कोई रात की कोई गल की पता नहीं, ना सवेर की कोई पता, ठीक है। नजायज़ हमला किया, ठीक है, नजायज़ कुछ साडे नाल कीता, असी करांगे। वीडियो के आधार पर सानू पता लगा है, उस वीडियो के आधार पर सानू पता लगा भी कोई बरात आई सी, ਉਹਦੇ 'ਚ ਦੋਨੇ ਧਿਰਾਂ ਆਪਸ 'ਚ ਲੜੀਆਂ, ਉਹਦੇ 'ਚ ਅਸੀਂ ਪੜਤਾਲ ਕਰਕੇ ਜੋ ਵੀ ਬਣਦੀ ਕਾਰਵਾਈ ਕੀਤੀ ਜਾਏਗੀ। ਸਾਡੇ ਕੋਲ ਅਜੇ ਥਾਣੇ ਕੋਈ ਵੀ ਨਾ ਕੋਈ ਲਿਖਤੀ ਕੰਪਲੇਂਟ ਆਈ ਹੈ, ਨਾ ਕੋਈ ਥਾਣੇ ਲਿਖਤੀ MLR ਕੋਈ ਮਸੂਲ ਹੋਈ ਹੈ। ਫਿਰ ਅਸੀਂ ਆਪਣੇ ਲੈਵਲ ਤੇ ਸਾਡੇ ਹੁਣ ਨੋਟ 'ਚ ਆਈ ਹੈ, ਕੋਈ ਪੜਤਾਲ ਕਰਾਂਗੇ, ਪੜਤਾਲ ਕਰਕੇ ਜੋ ਵੀ ਕਾਰਵਾਈ ਬਣਦੀ ਕੀਤੀ ਜਾਏਗੀ। ਤਾਂ ਪੁਲਿਸ ਜਾਂਚ ਦੀ ਗੱਲ ਕਹਿ ਰਹੀ ਹੈ। ਅੱਗੇ ਵਧਦੇ ਹਾਂ, ਦੀਪਕ ਟਿੰਨੂ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ। ਟਿੰਨੂ ਨੂੰ ਭਜਾਉਣ ਦੇ ਵਿੱਚ 5 ਹਥਿਆਰਬੰਦ शामिल सन, बदमाश सन। सूत्रों के मुताबिक जानकारी सामने आ रही है, हथियारों के नाल लैस हो गए 2 ਗੱਡੀਆਂ ਦੇ ਵਿੱਚ सवार होके ये आए सन और जिन्हां दे वल्लों भजाया गया हथियारों के नाल लैस सन और 2 ਗੱਡੀਆਂ इन्हां दे कोल मौजूद सी और जिस वेले गए ने तां कार दे विच गर्लफ्रेंड दे नाल बैठ के फरार होया टीनू। ये भी खुलासा इस दे विच हुंदा होया नजर आ रहा है कि अपनी गर्लफ्रेंड के नाल बैठ के फरार होया टीनू। फरार होने वेले टीनू दे कोल 9mm दा पिस्टल भी सी, पिस्तौल भी सी, ये भी जानकारी है। CIA स्टाफ दे नेड़े भी घुम रही सन गड्डियां, ये भी मिले जानकारी मिली है और खास तौर पर एक वड्डी लीड असीं इस नूं मान सकते क्योंकि लगातार खुलासे भी हो रहे हैं, जानकारी भी आ रही है। प्रतिपादी सरकारी कोठी तो फरार होया सी टीनू, क्योंकि पहला गेस्ट हाउस वाली कहानी करी गई सी, पर उस तो बाद ये साफ हुंदा होया नजर आ रहा है कि गेस्ट हाउस दे विच नहीं बल्कि सरकारी कोठी दे विच फरार होया और 2 ਗੱਡੀਆਂ हथियारबंद लोग जिहड़े ने वो लैके आए ने, जिन्हां दे वल्लों छुड़वाया गया या कह लीए भजाया गया। मनोज राठी ने फोन लाइन पे। मनोज की कुछ जानकारी है, एक तो बाद एक अहम खुलासे हो रहे हैं और लगातार सवाल बरकरार सी कि किवें फरार होया दीपक टिन्नू। देखो गुजरात दे विच कई जिहड़े खुलासे हैं वो सामने आ रहे हैं। पहली गल तो यह है कि दीपक टिन्नू कित्थों फरार होया, ये क्लीयर हो चुका है कि प्रीतपाल की जिहड़ी सरकारी कोठी है उत्थों दीपक टिन्नू फरार होया, क्योंकि CCTV जिहड़ी आई है
ਉਹਦੇ ਵਿੱਚ ਕਈ ਰਾਜ਼ ਜਿਹੜੇ ਉਹ ਖੁੱਲਦੇ ਨਜ਼ਰ ਆ ਰਹੇ ਹੈ। ਦੋ ਗੱਡੀਆਂ ਸੀ ਜਿਹੜੇ ਪੁਲਿਸ ਸੋਰਸ ਜਾਣਕਾਰੀ ਦੇ ਰਹੇ, ਇੱਕ ਬਲੈਕ ਕਲਰ ਦੀ ਗੱਡੀ ਸੀ, ਇਹ ਉਹੀ ਗੱਡੀ ਹੈ, ਅਸੀਂ ਕੱਲ ਵੀ ਜ਼ਿਕਰ ਕੀਤਾ ਸੀ, ਉਹੀ ਗੱਡੀ ਹੈ ਜੋ ਕਿ ਉਹਦੀ ਗਰਲਫ੍ਰੈਂਡ ਦੀ ਗੱਡੀ ਹੈਗੀ ਬਲੈਕ ਕਲਰ ਦੀ, ਜਿਹਨੂੰ ਥੋੜੇ ਦਿਨ ਪਹਿਲਾਂ ਦੀਪਕ ਟੀਨੂ ਨੇ ਆਪਣੀ ਗਰਲਫ੍ਰੈਂਡ ਨੂੰ ਗਿਫਟ ਦਿੱਤੀ ਸੀ। ਇੱਕ ਗੱਡੀ ਉਹ ਹੈਗੀ, ਦੂਜੀ ਗੱਡੀ ਇੱਕ ਹੋਰ ਦੱਸੀ ਜਾ ਰਹੀ ਹੈ ਫੋਰਚੂਨਰ ਗੱਡੀ ਹੈ। ਦੋ ਗੱਡੀਆਂ ਉੱਥੇ ਆਈ ਸੀ ਤੇ ਉਹਨੂੰ ਲੈ ਕੇ ਗਈ ਹੈ, ਜਿਹੜੀ ਸੀਸੀਟੀਵੀ ਦੇਖੇ, ਜਿਹੜੇ ਪੁਲਿਸ ਸੋਰਸ ਸਾਨੂੰ ਜਾਣਕਾਰੀ ਦੇ ਰਹੇ। ਤੇ ਹੁਣ ਦੋ ਗੱਡੀਆਂ 'ਚ 5 ਤੋਂ 6 ਬੰਦੇ ਵੀ ਸਵਾਰ ਸੀਗੇ, यानी कि पूरी प्लैनिंग पूरी उस तो पहला, क्योंकि जिस दिन फरार होया सेम डे था, ये सारी चीज़ें नहीं हुई, उस तो पहला सारी प्लैनिंग हुई है, पूरी रैकी हुई है। क्योंकि ये भी जिहड़े पुलिस सोर्सेज सानू जानकारी दे रहे हैं कि पहला भी उत्थे वो गड्डियां देखी गई हैं, यानी कि रैकी हुई है, यानी कि पूरी प्लैनिंग हुई है, यानी कि दीपक टीनू ने पूरी प्लैनिंग की हुई थी। उस तो बाद उन्होंने झांसा दिता, प्रीतपाल नूं झांसा दिता, जो भी लालच हैगा, हाले कि हजे तक किसी भी तरह की कोई गलबात नहीं आई कि आखिर लालच की थी। क्योंकि बार बार प्रीतपाल तो यही कहना नजर आ रहा है कि उन्हें मैनू रिकवरी करानी सी, इस करके मैं उन्होंने लेके गया थी। लेकिन सवाल तो उत्थे भी खड़े होंगे, जेकर रिकवरी करानी सी तो कोई सिक्योरिटी कितने सी, हथकड़ी कितने सी, पर्सनल गड्डी क्यों सी, सिक्योरिटी होर सरकारी गड्डियां क्यों नहीं थी, बहुत सारे सवाल ने। लेकिन हुण तक जी क्लीयर चीज़ां हुई है कि उहदे विच यही गल सामने आ रही है, जिहड़े सोर्सिस पुख्ता सोर्सिस जिहड़े जानकारी दे रहे हैं कि दो गड्डियां, एक ब्लैक कलर की गड्डी सीगी, ਉਹਦੀ ਗਰਲਫ੍ਰੈਂਡ ਦੀ ਦੱਸੀ ਜਾ ਰਹੀ ਹੈ, ਤੇ ਇੱਕ ਹੋਰ ਫੋਰਚੂਨਰ ਗੱਡੀ ਵੀ ਸੀਗੀ, ਕਿਉਂਕਿ ਬਹੁਤ ਹੀ ਤੇਜ਼ੀ ਨਾਲ ਉੱਥੋਂ ਨਿਕਲੀ ਹੈ। ਰਾਤ ਕਰੀਬ 1:30 ਤੋਂ 2 ਵਜੇ ਉਹ ਫਰਾਰ ਹੋਇਆ ਹੈ, ਜਿਹੜੀ ਟਾਈਮਿੰਗ ਦੀ ਗੱਲ ਹੁਣ ਤੱਕ ਸਾਹਮਣੇ ਆ ਰਹੀ ਹੈ। ਯਾਨੀ ਕਿ ਕਿਉਂਕਿ ਇੱਕ ਗੱਲ ਹੋਰ ਹੈ ਕਿ ਜਿਹੜੀ ਪੁਲਿਸ ਸੋਰਸਿਸ ਦੇ ਰਹੇ ਕਿ ਜਿੱਥੇ ਪ੍ਰੀਤਪਾਲ ਦੀ ਸਰਕਾਰੀ ਕੋਠੀ ਹੈਗੀ, ਉੱਥੋਂ ਜਦ ਬਾਹਰ ਨੂੰ ਨਿਕਲਦੇ ਤੇ ਕਾਫੀ ਜਿਹੜਾ ਏਰੀਆ ਹੈ ਉਹ ਕੰਜਸਟਿਡ ਏਰੀਆ, ਕੰਜਸਟਿਡ ਮਤਲਬ ਜਿਹੜੀ ਗਲੀਆਂ ਹੈਗੀਆਂ, ਜਿਹੜੇ ਰਾਸਤੇ ਹੈਗੇ ਉਹ ਕਾਫੀ ਜ਼ਿਆਦਾ ਵੱਡੇ ਵੱਡੇ ਨਹੀਂ ਹੈ, ਉਹ ਛੋਟੇ ਛੋਟੇ ਰਾਸਤੇ ਹੈ। ਇਹਦਾ ਮਤਲਬ ਇਹ ਹੈ ਕਿ ਪੂਰੀ ਪਹਿਲਾਂ ਉਹਦੇ ਘਰ ਦੀ ਰੈਕੀ ਵੀ ਕੀਤੀ ਗਈ ਹੈ, ਪੂਰਾ ਜਿਹੜਾ ਹੈਗਾ ਸੀਆਈ ਸਟਾਫ ਦੀ ਵੀ ਰੈਕੀ ਕੀਤੀ ਗਈ ਹੈ, ਔਰ ਉਸ ਤੇ ਇਹ ਜਿਹੜੀ ਪਲੈਨਿੰਗ ਚੱਲ ਰਹੀ ਸੀ। ਕਿਉਂਕਿ 5ਵੀਂ ਵਾਰ ਇਹਨੂੰ ਪ੍ਰੋਟੈਕਸ਼ਨ ਵਾਰੰਟ ਤੇ ਜਦ ਪ੍ਰੀਤਪਾਲ ਲੈ ਕੇ ਆਇਆ, यानी कि पहला ही, क्योंकि दीपक टीनू एक इस तरह का गैंगस्टर है, ਅਸੀਂ लगातार जिक्र कर रहे हैं कि बहुत ही शातिर ਪਹਿਲਾਂ ਵੀ ਭੱਜਿਆ ਹੋਇਆ। ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਹਰਿਆਣਾ ਦੇ ਉੱਥੋਂ ਪੰਚਕੂਲਾ ਤੋਂ ਭੱਜਿਆ ਸੀਗਾ, ਇੱਕ ਵਾਰੀ ਹਿਸਾਰ ਤੋਂ ਭੱਜਿਆ ਸੀ। ਤੇ ਹੁਣ ਇਹਨੇ ਜਿਹੜੀ ਜਿਸ ਤਰੀਕੇ ਦੀ ਪਲੈਨਿੰਗ ਕੀਤੀ ਹੈ, ਜਿਸ ਤਰੀਕੇ ਨਾਲ ਹੋਰ ਬੰਦਿਆਂ ਨਾਲ ਸੰਪਰਕ ਕਰਕੇ, ਕਿਉਂਕਿ ਜਿਹੜੀ ਮੋਬਾਈਲ ਸੀਗਾ ਉਹਦੇ ਕੋਲ, ਜਿਹੜਾ ਪ੍ਰੀਤਪਾਲ ਨੇ ਦਿੱਤਾ ਹੋਇਆ ਸੀਗਾ, ਸੋਚੀ ਦੱਸ ਰਹੇ ਕਿ ਉਸੇ ਮੋਬਾਈਲ ਤੋਂ लगातार वो गलबात कर रहा है कि ਅਸੀਂ ਜਾਣਾ ਹੈਗਾ, ਇੱਧਰ ਜਾਣਾ, ਇੱਧਰ ਇਸ ਬਿਲਕੁਲ। ਇੱਕ ਹੋਰ ਖੁਲਾਸਾ ਹੋ ਰਿਹਾ ਮਨੋਜ, ਫੌਰੀ ਤੌਰ ਤੇ ਵਾਪਸ ਹੀ ਕਰਾਂਗੇ, ਬਣੇ ਰਹੋ ਸਾਡੇ ਨਾਲ। ਤਾਂ ਇਹ ਵੱਡੀ ਖਬਰ ਹੈ ਜ਼ਰੂਰ, ਔਰ ਖਾਸ ਤੌਰ ਤੇ ਜੇਕਰ ਇੱਕ ਤੋਂ ਬਾਅਦ ਇੱਕ ਖੁਲਾਸੇ ਦਾ ਜ਼ਿਕਰ ਕੀਤਾ ਜਾਏ, ਗੈਂਗਸਟਰ ਦੀਪਕ ਟੀਨੂ ਦੇ ਫਰਾਰ ਹੋਣ ਨੂੰ ਲੈ ਕੇ ਹੋਰ ਵੱਡਾ ਖੁਲਾਸਾ ਹੋਇਆ। 2 ਘੰਟੇ ਤੱਕ ਟੀਨੂ ਦੇ ਫਰਾਰ ਹੋਣ ਦੀ ਖਬਰ ਲੁਕੋ ਕੇ ਰੱਖੀ ਗਈ ਸੀ। ਸੀਆਈ ਇੰਚਾਰਜ ਨੇ ਕਾਫੀ ਦੇਰ ਤੱਕ ਜਿਹੜਾ ਉਹ ਨਹੀਂ ਦੱਸਿਆ ਕਿ ਆਖਰਕਾਰ ਫਰਾਰ ਹੋ ਗਿਆ। 2 ਘੰਟੇ ਤੋਂ ਵੀ ਵੱਧ ਸਮੇਂ ਤੋਂ ਬਾਅਦ ਅਫਸਰਾਂ ਨੂੰ ਇਹ ਇਤਲਾਹ ਕੀਤੀ ਗਈ, ਇਹ ਜਾਣਕਾਰੀ ਦਿੱਤੀ ਗਈ ਕਿ ਦੀਪਕ ਟੀਨੂ ਫਰਾਰ ਹੋ ਗਿਆ। ਇਸ ਦੇ ਵਿੱਚ ਵੀ ਬਹੁਤ ਵੱਡੇ ਸਵਾਲ ਨੇ, ਤਾਂ ਕਿ ਉਹ ਸ਼ਾਇਦ ਦੂਰ ਜਾ ਸਕੇ, ਉਹਨਾਂ ਸਮਾਂ ਤੱਕ ਦੂਰ ਚਲਾ ਗਿਆ ਸੀ, ਇਹ ਵੀ ਸੁਭਾਵਿਕ ਤੌਰ ਤੇ ਹੈ। ਲਗਾਤਾਰ ਨੇ ਸਾਡੇ ਨਾਲ ਮਨੋਜ ਰਾਠੀ। ਮਨੋਜ, ਵਾਕਈ ਸਵਾਲ ਉੱਥੇ ਹੀ ਖੜਾ ਹੋ ਜਾਂਦਾ ਹੈ, ਸ਼ੱਕ ਦੀ ਸੂਈ ਉੱਥੇ ਆ ਜਾਂਦੀ ਹੈ ਕਿ ਪੂਰੀ ਪਲੈਨਿੰਗ ਦੇ ਨਾਲ ਭਜਾਇਆ ਗਿਆ, ਕਿਉਂਕਿ 2 ਘੰਟੇ ਤੱਕ ਇਤਲਾਹ ਨਾ ਦੇਣਾ, ਦੱਸਣਾ ਨਾ ਕਿ ਦੀਪਕ ਟੀਨੂ ਫਰਾਰ ਹੋ ਚੁੱਕਿਆ, ਇਹ ਕੈਟਾਗਰੀ ਦਾ ਇਹ ਗੈਂਗਸਟਰ। ਦੇਖੋ ਗੁਰਜੋਤ, कई सवाल खड़े हो रहे हैं, लगातार पुछगिछ जी है प्रीतपाल तो हो रही है। लेकिन एक होर जो खुलासा सामने आया है, जो तुम जिक्र कर रहे हो कि प्रीतपाल ने इहदा जब दीपक टीनू फरार हो जाता है तो इसकी जानकारी नाल दे नाल नहीं दी, करीब 2 ਤੋਂ 2.5 घंटे बाद इसकी जानकारी पुलिस अफसरां नूं दी है, जिसका फायदा दीपक टीनू नूं होया है। क्योंकि 2 ਤੋਂ 2.5 घंटे का समा बहुत हुंदा है। वो आराम नाल फरार हो गया, बॉर्डर एरिया उन्हें क्रॉस किया, पंजाब का उन्हें बॉर्डर क्रॉस किया, कितने गया, राजस्थान गया या कितने गया, क्योंकि हजे तक उसकी गिरफ्तारी नहीं हुई है। यानी कि 2 ਤੋਂ 2.5 घंटे का जो समा होंदा है एक अपराधी वास्ते बहुत होंदा है, क्योंकि प्लैनिंग पूरी होंदी है कि इन्ना समा है, तुसी कितनी देर आगे तुसी क्रॉस कर लोगे, तुसी बॉर्डर क्रॉस कर लोगे, तुसी राजस्थान बॉर्डर क्रॉस कर लोगे या तुसी हरियाणा बॉर्डर क्रॉस। ये बहुत उन्होंने फायदा होया इहदा, दीपक टीनू नूं बहुत इहदा फायदा मिला है कि प्रीतपाल दी लापरवाही करके, प्रीतपाल दी अनगेली करके उन्होंने फायदा मिला, क्योंकि 2 ਤੋਂ 2.5 घंटे बाद प्रीतपाल ने जिहड़े जानकारी दे रहे पुलिस सोर्सिस इन्नी लेट जिहड़ा है पुलिस अफसर नूं दस्सिया, जेकर एक टाइम सिर दसदा तो शायद उत्थे नाके ला के या फिर अलर्ट करके या फिर किसी भी तरह जिहड़ी पुलिस है वो काबू कर सकती थी, लेकिन नहीं कर पाई। बिल्कुल, बहुत अहम है मनोज, बहुत अहम है, और ये भी सवाल है कदों इसनूं दोबारा फड़िया जा सकता है।
शुक्रिया तमाम जानकारी ਲਈ। पर क्योंकि ਇਹ ਵੀ ਮੰਨਿਆ ਜਾ ਰਿਹਾ, ਇਹ ਵੀ ਜਾਣਕਾਰੀਆਂ ਨੇ ਕਿ ਟੈਕਨੀਕਲੀ ਬਹੁਤ ਸ਼ਾਤਿਰ ਹੈ, ਬਹੁਤ ਜ਼ਿਆਦਾ ਸ਼ਾਰਪ ਮਾਈਂਡਡ ਹੈ ਦੀਪਕ ਟਿੰਨੂ। ਸ਼ਾਇਦ ਹੁਣ ਤੱਕ ਇਸ ਨੂੰ ਤਾਈਓ ਨਹੀਂ ਫੜਿਆ ਗਿਆ ਕਿਉਂਕਿ ਮੋਬਾਈਲ ਹੋਣ ਇਸ ਦੇ ਕੋਲ ਔਰ ਉਸ ਤੋਂ ਬਾਅਦ ਇਸ ਨੂੰ ਟ੍ਰੇਸ ਕੀਤਾ ਜਾ ਸਕੇ। ਇਹ ਸਾਰੀਆਂ ਸੰਭਾਵਨਾਵਾਂ ਹੁੰਦੀਆਂ ਨੇ, ਪਰ ਅਜੇ ਤੱਕ ਅਜਿਹਾ ਕੁਝ ਨਜ਼ਰ ਨਹੀਂ ਆਇਆ। ਤਾਂ ਉਧਰ ਬਰਖਾਸਤ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਦੀ ਅੱਜ ਮਾਨਸਾ ਕੋਰਟ ਦੇ ਵਿੱਚ ਪੇਸ਼ੀ ਹੈ। ਗੈਂਗਸਟਰ ਦੀਪਕ ਟਿੰਨੂ ਦੇ ਫਰਾਰ ਹੋਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੋਇਆ ਹੈ। ਅੱਜ 4 ਦਿਨ ਦਾ ਪੁਲਿਸ ਰਿਮਾਂਡ ਖਤਮ ਹੋ ਰਿਹਾ ਔਰ ਪੁਲਿਸ ਰਿਮਾਂਡ ਦੇ ਦੌਰਾਨ ਪੁੱਛਗਿੱਛ ਹੋਈ ਸੀ, ਪਰ ਜੋ ਜਾਣਕਾਰੀ ਬਾਹਰ ਆਈ ਕਿ ਇੱਕੋ ਹੀ ਜਵਾਬ ਦਿੱਤਾ ਜਾ ਰਿਹਾ ਸੀ। ਕੱਲ ਐਸਆਈਟੀ ਨੇ ਦੱਸੀ ਕਿ ਪ੍ਰਿਤਪਾਲ ਸਿੰਘ ਤੋਂ ਇਹ ਲੰਮੀ ਪੁੱਛਗਿੱਛ ਕੀਤੀ ਹੈ। 6 ਘੰਟੇ ਤੱਕ ਸਵਾਲ ਜਵਾਬ ਕੀਤੇ ਗਏ ਨੇ। ਪ੍ਰਿਤਪਾਲ ਦੇ ਫੋਨ ਤੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਦਾ ਕਿਸਮ ਦਾ ਜਿਹੜਾ ਪੈਸਾ ਹੈ ਉਹ ਨਾ ਆਇਆ ਹੋਵੇ ਜਾਂ ਫਿਰ ਆਇਆ ਹੋਵੇ ਤਾਂ ਉਸ ਨੂੰ ਲੈ ਕੇ ਪੜਤਾਲ ਹੋਵੇ। ਤਾਂ 6 ਘੰਟੇ ਤੱਕ ਸਵਾਲ ਜਵਾਬ ਕੀਤੇ ਗਏ ਨੇ। ਪ੍ਰਿਤਪਾਲ ਦੇ ਫੋਨ ਤੇ ਬੈਂਕ ਖਾਤਿਆਂ ਦੀ ਜਾਂਚ ਹੋਈ ਹੈ ਔਰ ਕੀਤੀ ਜਾ ਰਹੀ ਹੈ। ਪ੍ਰਿਤਪਾਲ ਦੇ ਕਰੀਬੀਆਂ ਤੋਂ ਵੀ ਸਵਾਲ ਜਵਾਬ ਕੀਤੇ ਜਾ ਰਹੇ ਨੇ, ਪੁੱਛਗਿੱਛ ਕੀਤੀ ਜਾ ਰਹੀ ਕਿ ਕਿਸੇ ਮਦਦ ਦੇ ਨਾਲ ਤਾਂ ਉਸ ਨੂੰ ਫਰਾਰ ਨਹੀਂ ਕਰਵਾਇਆ ਗਿਆ। ਬਹੁਤ ਸਾਰੇ ਸਵਾਲ ਨੇ। ਬਲਦੇਵ ਸ਼ਰਮਾ ਨੇ ਫੋਨ ਲਾਈਨ ਤੇ ਸਾਡੇ ਨਾਲ ਮਾਨਸਾ ਤੋਂ। बलदेव की कुछ जानकारी है पेशी नूं लैके 4 दिन दा रिमांड सी, रिमांड दे दौरान की कुछ अहम खुलासे इस नूं लैके भी जरूर जानकारी। बिल्कुल गुरजोत, दसना चाहूंगा कि पंजाब सरकार वालों जिहड़ी सिट एसआईटी गठित की गई है उसने देर शाम तक करीब 6 घंटे दोषी प्रितपाल सिंह को पुछगिछ की है तो उसके बैंक खाते ते ਉਹਦੇ ਕਰੀਬੀਆਂ ਦੇ ਬੈਂਕ ਖਾਤੇ ਵੀ ਖੰਗਾਲੇ ਜਾ ਰਹੇ ਹੈ ਤੇ ਪਿਛਲੇ 10 ਦਿਨਾਂ ਦੇ ਵਿੱਚ ਉਸਨੇ ਕਿਹਦੇ ਨਾਲ ਗੱਲਬਾਤ ਕੀਤੀ ਇਸ ਦੀ ਵੀ ਪੂਰੀ ਡਿਟੇਲ ਹੈ ਜਿਹੜੀ ਹਾਸਲ ਕਰ ਰਹੀ ਹੈ। ਮਾਨਸਾ ਜ਼ਿਲ੍ਹੇ ਦੇ ਐਸਐਸਪੀ ਗੌਰਵ ਤੂਰਾ ਅਤੇ ਨਵਨਿਯੁਕਤ ਜਿਹੜੇ ਸੀਆਈਏ ਇੰਚਾਰਜ ਹੈ ਜਗਦੀਸ਼ ਕੁਮਾਰ, ਉਹਨਾਂ ਨੇ ਹੁਣ ਇਸ ਜਿਹੜਾ ਦੀਪਕ ਟਿੰਨੂ ਵਾਲੇ ਕੇਸ ਨੂੰ ਹੈ ਇੱਜ਼ਤ ਦਾ ਸਵਾਲ ਬਣਾ ਕੇ ਇਸ ਤੇ ਪੁੱਛਗਿੱਛ ਕਰ ਰਹੇ ਹੈ, ਜਿਸ ਦੀ ਅੱਜ ਫਿਰ ਅਦਾਲਤ ਦੇ ਵਿੱਚ ਪ੍ਰਿਤਪਾਲ ਦੀ ਪੇਸ਼ੀ ਹੈ ਤੇ ਸੂਤਰਾਂ ਤੋਂ ਪਤਾ ਲੱਗਿਆ ਕਿ ਦੁਬਾਰਾ ਫਿਰ ਪੁਲਿਸ ਇਸ ਦਾ ਰਿਮਾਂਡ ਹਾਸਲ ਕਰਕੇ ਗਹਿਰਾਈ ਨਾਲ ਪੁੱਛਗਿੱਛ ਕਰੂਗੀ ਕਿਉਂਕਿ ਪੰਜਾਬ ਪੁਲਿਸ ਤੇ ਇੱਕ ਵੱਡਾ ਜਿਹੜਾ ਧੱਬਾ ਪ੍ਰਿਤਪਾਲ ਨੇ ਲਾਇਆ, ਇਸ ਨੂੰ ਧੋਣ ਵਾਸਤੇ ਪੂਰੀ ਤਾਕਤ ਹੈ ਜਿਹੜੀ ਮਾਨਸਾ ਪੁਲਿਸ ਨੇ ਝੋਕ ਦਿੱਤੀ। जी ठीक है, बहुत बहुत शुक्रिया तमाम जानकारी ली, धन्यवाद है। ਤਾਂ ਇਹ ਅੱਜ ਪੇਸ਼ੀ ਹੋਣੀ ਹੈ, ਦੁਬਾਰਾ ਤੋਂ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਹੋਏਗੀ ਔਰ ਇੱਥੇ ਇੱਜ਼ਤ ਦਾ ਸਵਾਲ ਬਣਾ ਕੇ ਪੁੱਛਗਿੱਛ ਕੀਤੀ ਗਈ ਹੈ। ਇਹ ਵੀ ਜਾਣਕਾਰੀ ਦਿੱਤੀ ਹੈ ਬਲਦੇਵ ਸ਼ਰਮਾ ਨੇ।